ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਰਿਆਸਤ ਦੇ ਮਾਲਿਕਾਨਾ ਹੱਕ ਤੇ ਸੁਪਰੀਮ ਕੋਰਟ ਵੱਲੋਂ 2 ਸਾਲ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਫੈਸਲੇ ਦੇ ਮੁਤਾਬਿਕ ਫਰੀਦਕੋਟ ਰਿਆਸਤ ਦੇ ਮਾਲਿਕਾਨਾ ਹੱਕ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਦੋਨੋਂ ਬੇਟੀਆਂ ਦਪਿੰਦਰ ਕੌਰ, ਅੰਮ੍ਰਿਤ ਕੌਰ ਅਤੇ ਕੁੰਵਰ ਮਨਜੀਤ ਸਿੰਘ ਨੂੰ ਮਿਲੇਗਾ। ਸੁਪਰੀਮ ਕੋਰਟ ਵੱਲੋਂ ਕਰੀਬ 25,000 ਕਰੋੜ ਰੁਪਏ ਦੀ ਪ੍ਰਾਪਰਟੀ ਵਾਲੀ ਫਰੀਦਕੋਟ ਰਿਆਸਤ ਦੀ ਦੇਖਭਾਲ ਕਰ ਰਹੀ ਮਹਾਰਾਵਲ ਖੀਵਾਜੀ ਟਰਸਟ ਨੂੰ ਭੰਗ ਕਰ ਦਿੱਤਾ ਹੈ। ਇਹ ਟਰਸਟ 30 ਸਤੰਬਰ ਤੋਂ ਬਾਅਦ ਮਾਨਯ ਕਰਾਰ ਨਹੀਂ ਹੋਵੇਗੀ। ਸੁਪਰੀਮ ਕੋਰਟ ਵਿੱਚ ਟਰਸਟ ਅਤੇ ਦੂਜੇ ਧਿਰਾਂ ਦੀ ਸੁਣਵਾਈ 26 ਜੁਲਾਈ 2022 ਨੂੰ ਪੂਰੀ ਹੋ ਗਈ ਸੀ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਹੜਾ ਕਿ ਬੁੱਧਵਾਰ ਨੂੰ ਸੁਣਾਇਆ ਗਿਆ। ਸੁਣਵਾਈ ਦੇ ਦੌਰਾਨ ਟਰਸਟ 1982 ਦੇ ਵਿੱਚ ਮਹਾਰਾਜਾ ਹਰਿੰਦਰ ਸਿੰਘ ਵੱਲੋਂ ਲਿਖੀ ਗਈ ਵਸੀਅਤ ਨੂੰ ਸਾਬਿਤ ਨਹੀਂ ਕਰ ਪਾਈ, ਜਿਸ ਵਿੱਚ ਰਿਆਸਤ ਦੀ ਦੇਖਭਾਲ ਦੀ ਜ਼ਿੰਮੇਵਾਰੀ ਟਰਸਟ ਨੂੰ ਸੌਂਪੀ ਗਈ ਸੀ। ਹੁਣ ਇਹ ਸਾਰੀ ਜਾਇਦਾਦ 3 ਹਿੱਸਿਆਂ ਦੇ ਵਿੱਚ ਵੰਡੀ ਜਾਏਗੀ। ਫਰੀਦਕੋਟ ਦੇ ਵਿੱਚ ਇਸ ਸਮੇਂ ਕਿਲਾ ਮੁਬਾਰਕ ਬਣਿਆ ਹੋਇਆ ਹੈ, ਜਿੱਥੇ ਕਿ ਕਾਫੀ ਸਾਰੀ ਕੀਮਤੀ ਲਗਜ਼ਰੀ ਗੱਡੀਆਂ ਨੇ, ਬੱਗੀਆਂ ਨੇ, ਹਾਥੀ ਗਾੜੀਆਂ ਨੇ, ਕਈ ਅਜਿਹੀ ਕਾਰਾਂ ਖੜੀਆਂ ਨੇ। ਰਾਜ ਮਹਿਲ ਬਣਿਆ ਹੋਇਆ ਹੈ, ਜਿੱਥੇ ਕਿ ਕੀਮਤੀ ਪੁਰਾਤਨ ਟੋਪੇ ਗੱਡੀਆਂ ਵੀ ਖੜੀ ਹੋਈਆਂ ਹਨ। ਰਾਜਾ ਦਾ ਖੁਦ ਦਾ ਹਵਾਈ ਅੱਡਾ ਹੈ, ਸ਼ਿਕਾਰ ਗਾਹ ਹੈਗਾ, ਲਾਇਬ੍ਰੇਰੀ ਹੈ ਜੋ ਅੱਜ ਵੀ ਫਰੀਦਕੋਟ ਦੇ ਵਿੱਚ ਮੌਜੂਦ ਹਨ। ਮਹਾਰਾਜਾ ਦੇ ਕਿਲੇ ਮੁਬਾਰਕ ਵਿੱਚ ਰਾਜਾ ਦੀ ਵਸੀਅਤ ਦੀ ਐਕਸਕਲੂਸਿਵ ਕਾਪੀ ਸਾਡੇ ਕੋਲ ਹੈ। ਜੋ ਜਜਮੈਂਟ ਆਈ ਹੈ ਉਸ ਦੀ ਕਾਪੀ ਵੀ ਸਾਡੇ ਕੋਲ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਸੀਨੀਅਰ ਵਕੀਲ ਜਸਵੰਤ ਸਿੰਘ ਜਸ ਨੇ ਦੱਸਿਆ ਕਿ 30 ਸਤੰਬਰ ਤੱਕ ਜੇਕਰ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਿਕ ਮਹਾਰਾਜਾ ਦੀ ਦੋਵਾਂ ਬੇਟੀਆਂ ਅੰਮ੍ਰਿਤ ਕੌਰ, ਦਪਿੰਦਰ ਕੌਰ ਦੇ ਬੇਟੇ ਜੈਚੰਦਰ ਅਤੇ ਕੁੰਵਰ ਮਨਜੀਤ ਸਿੰਘ ਦੇ ਵੰਸ਼ਜ ਆਪਸ ਦੇ ਵਿੱਚ ਸਮਝੌਤਾ ਕਰਕੇ ਸੰਪत्ति ਵੰਡ ਨਹੀਂ ਲੈਂਦੇ ਤਾਂ 30 ਸਤੰਬਰ ਤੋਂ ਬਾਅਦ ਸਰਕਾਰ ਵੱਲੋਂ ਰਿਆਸਤ ਦੀ ਸੰਪत्ति ਤੇ ਰਿਸੀਵਰ ਤੈਨਾਤ ਕੀਤਾ ਜਾਏਗਾ। 1 ਜੂਨ 1982 ਵਿੱਚ ਮਹਾਰਾਜਾ ਹਰਿੰਦਰ ਸਿੰਘ ਨੇ ਆਪਣੀ ਪਹਿਲੀ ਵਸੀਅਤ ਨੂੰ ਰੱਦ ਕਰਦੇ ਹੋਏ ਨਵੀਂ ਵਸੀਅਤ ਲਿਖੀ ਸੀ। ਉਸ ਸਮੇਂ 67 ਸਾਲ ਦੇ ਰਾਜਾ ਨੇ ਲਿਖਿਆ ਸੀ ਕਿ ਜੇਕਰ ਹੁਣ ਉਹਨਾਂ ਦੇ ਘਰ ਮੁੰਡਾ ਜਨਮ ਲੈਂਦਾ ਹੈ ਤੇ ਉਹ ਅਕੇਲਾ ਹੀ ਰਿਆਸਤ ਦੀ तमाम ਜਾਇਦਾਦ ਦਾ ਮਾਲਿਕ ਹੋਵੇਗਾ ਅਤੇ ਜੇਕਰ ਅਜਿਹਾ ਨਾ ਹੋਇਆ ਤੇ ਇਹ ਜਾਇਦਾਦ ਟਰਸਟ ਦੇ ਨਾਂ ਤੇ ਹੋ ਜਾਏਗੀ। ਟਰਸਟ ਦੀ ਜ਼ਿੰਮੇਵਾਰੀ ਉਹਨਾਂ ਦੀ ਛੋਟੀ ਬੇਟੀ ਨੂੰ ਸੌਂਪੀ ਸੀ। 16 ਅਕਤੂਬਰ 1979 ਨੂੰ ਰਾਜਾ ਹਰਿੰਦਰ ਸਿੰਘ ਦੀ ਮੌਤ ਹੋ ਗਈ। ਮਹਾਰਾਜਾ ਦੀ ਵੱਡੀ ਬੇਟੀ ਅੰਮ੍ਰਿਤਪਾਲ ਕੌਰ ਨੇ ਇਸ ਵਸੀਅਤ ਨੂੰ 1992 ਵਿੱਚ ਚੰਡੀਗੜ੍ਹ ਅਦਾਲਤ ਵਿੱਚ ਚੁਣੌਤੀ ਦਿੱਤੀ, ਜਿਸ ਦੇ ਸਾਲ 2013 ਦੇ ਵਿੱਚ ਉਹਨਾਂ ਦੇ ਹੱਕ ਵਿੱਚ ਫੈਸਲਾ ਆਇਆ। ਫੈਸਲੇ ਨੂੰ ਟਰਸਟ ਵੱਲੋਂ ਚੰਡੀਗੜ੍ਹ ਜ਼ਿਲ੍ਹਾ ਸੈਸ਼ਨ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ, ਜਿਸ ਦੇ ਸਾਲ 2013 ਦੇ ਵਿੱਚ ਫੈਸਲਾ ਅਤੇ ਫਿਰ ਟਰਸਟ ਵੱਲੋਂ ਇਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ, ਜਿਸ ਤੇ 3 ਜੁਲਾਈ 2020 ਨੂੰ ਫੈਸਲਾ ਟਰਸਟ ਦੇ ਖਿਲਾਫ ਆਇਆ ਅਤੇ ਹੁਣ 2022 ਵਿੱਚ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਫੈਸਲੇ ਤੇ ਮੁਹਰ ਲਗਾ ਦਿੱਤੀ। ਵਸੀਅਤ ਦਿਖਾਉਂਦੇ ਹੋਏ ਵਕੀਲ ਨੇ ਦੱਸਿਆ ਕਿ ਫਰੀਦਕੋਟ ਤੋਂ ਲੈ ਕੇ ਮਨੀਮਾਜਰਾ, ਦਿੱਲੀ, ਸ਼ਿਮਲਾ ਅਤੇ ਜਿੱਥੇ ਵੀ ਰਾਜਾ ਦੀ ਜਾਇਦਾਦ ਹੈ ਉਸ ਦਾ ਬਟਵਾਰਾ ਹੋਵੇਗਾ। ਕੁਝ ਥਾਵਾਂ ਅਜਿਹੀਆਂ ਨੇ ਜਿੱਥੇ ਕਿ ਸਰਕਾਰ ਦਾ ਕਬਜ਼ਾ ਵੀ ਹੈ। ਇਹ ਇੱਕ ਇਤਿਹਾਸਿਕ ਫੈਸਲਾ ਹੈ ਅਤੇ ਲੰਬੇ ਸਮੇਂ ਤੋਂ ਫਰੀਦਕੋਟ ਦੀ ਰਿਆਸਤ ਨੂੰ ਲੈ ਕੇ ਇੱਕ ਲੰਬਾ ਸੰਘਰਸ਼ ਦੇਖਣ ਨੂੰ ਵੀ ਮਿਲਾ, ਜਿੱਥੇ ਨਾ ਇੱਕ ਪਾਸੇ ਟਰਸਟ ਬਲਕਿ ਦੂਜੇ ਪਾਸੇ ਰਾਜਾ ਹਰਿੰਦਰ ਸਿੰਘ ਬਰਾੜ ਦੀ ਬੇਟੀਆਂ ਵੱਲੋਂ ਆਪਣੀ ਜਾਇਦਾਦ ਨੂੰ ਲੈ ਕੇ, ਆਪਣੀ ਵਸੀਅਤ ਨੂੰ ਲੈ ਕੇ ਸਵਾਲ ਵੀ ਚੁੱਕੇ ਗਏ ਤੇ ਹੁਣ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ 25,000 ਕਰੋੜ ਦੀ ਪ੍ਰਾਪਰਟੀ ਦੋਵਾਂ ਹੀ ਭੈਣਾਂ ਦੇ ਵਿੱਚ ਵੰਡੀ ਜਾਏਗੀ। ये जो फरीदकोट रियासत के आखिरी महाराजा हरिंदर सिंह बराड़ थे, उनके द्वारा एक वसीयत लिखी गई थी करीब 40 साल पहले, जिसको चंडीगढ़ की एक अदालत ने गैर कानूनी मानते हुए रद्द कर दिया था। इसके खिलाफ हाई कोर्ट तक मामला गया था और जो वसीयत रद्द करने का फ़ैसला था वो अंतिम माना गया। कल सुप्रीम कोर्ट ने भी वसीयत को गैर कानूनी मानते हुए हाई कोर्ट के फैसले को अपहोल्ड कर दिया है। इस फैसले के द्वारा जो राजा ने एक महारावल खेवाजी ट्रस्ट बनाया था उसकी होंद ख़त्म हो गई है। अब रियासत की जो टोटल प्रॉपर्टी है वो जो राजा के लीगल हेयर थे उनमें डिवाइड होगी। इसके लिए 1 अक्टूबर से रिसीवर अपॉइंट हो जाएगा जो प्रॉपर्टीज़ को दिखेगा और सिविल जज चंडीगढ़ को ये पार्टीशन की जॉब दी गई है। 30 सितंबर को जो महारावल खेवाजी ट्रस्ट है वो ऑटोमेटिकली ख़त्म हो जाएगा, उसका प्रॉपर्टी में से कोई इंटरफेरेंस नहीं रहेगी। और जहाँ तक इस प्रॉपर्टी की कीमत की बात है, ये किसी डॉक्यूमेंट्स में इसकी प्रॉपर्टी की कीमत नहीं लिखी गई है, लेकिन ये बताया जा रहा है कि ये हज़ारों करोड़ में है इसकी जो गिनती है, क्योंकि हीरे हैं, सोना है, बिल्डिंग्स है, एयरपोर्ट है,
रोल्स रॉय गाड़ियाँ हैं, म्यूज़ियम है, किले हैं, शाही महल है। तो जो करीब आम जो मोटे तौर पर माना जा रहा है कि 25,000 करोड़ से ज़्यादा की ये प्रॉपर्टी है। और ये सर फरीदकोट अगर की बात की जाए तो ये राजा की हिस्से में कौन कौन सी प्रॉपर्टी और पहले अगर पंजाब सरकार की बात की जाए तो उनके पास कौन कौन सी प्रॉपर्टी है? देखिए, वैसे तो सारा जो शहर है वही फरीदकोट रियासत का था, इसमें पर्सनल तो कुछ भी नहीं था और प्रॉपर्टीज़ बिलोंग टू महाराजा हरिंदर सिंह। बट जब देश की पार्टीशन हुई, आज़ाद हुआ देश, तो जो जुडिशल कॉम्प्लेक्स है और इसके अलावा जो सर्किट हाउस है, लाल कोठी और बहुत सारी इमारत पंजाब सरकार ने टेक ओवर कर ली थी। इस वक्त फरीदकोट शहर में जो राजमहल है, इसके अलावा कंट्री क्लब बीड़ सिक्खा वाला एंड शाही किला वो और एक शाही समाधा, ये जो प्रॉपर्टी है वो फरीदकोट राजा की। इसके अलावा एयरपोर्ट है जो 100 एकड़ में बना है, वो भी रियासत की प्रॉपर्टी है। जो बिल्डिंग्स है वो तो मेन 3 राजमहल, किला और कंट्री क्लब है और एक जो शाही समाधा है, इतने ही है। लेकिन और बहुत बाकी जो पंजाब में है, चंडीगढ़ है, मोहाली है, हिमाचल है, दिल्ली है, बॉम्बे है, वहाँ काफ़ी बिल्डिंग्स जो काफ़ी बेशुमार कीमती माने जा रहे हैं वो अभी रियासत के पास है। जो सर ये अभी आपने देखी है, बिल देखी है, इसमें राजा जी ने किसको वारिस बनाया था और किसको ये सौंपी गया था, ये कब बनाया गया था? देखो, ये 40 साल पहले 1982 में ये वसीयत लिखी गई थी। इस वसीयत में राजा ने कहा था कि अगर उसकी डेथ हो जाती है तो टोटल जो प्रॉपर्टी है वो महारावल खेवाजी ट्रस्ट के द्वारा देखी जाएगी। इन केस विल लिखने के बाद उसके घर लड़का पैदा होता है तो ये प्रॉपर्टी उसको जानी थी। अगर 2 लड़के होते तो 1/2 में जानी थी, लेकिन क्योंकि कोई उस विल के बाद कोई बच्चा पैदा नहीं हुआ तो उन्होंने अपनी बेटी को ट्रस्ट का चेयरमैन बना दिया और सारी प्रॉपर्टी ट्रस्ट को सौंप दी। और अपनी एक बेटी जो अमृत कौर थी, जिन्होंने विल को चैलेंज भी बाद में किया, उसको उस वसीयत में डिसोन किया गया था। तो राजा के कुल कितने बच्चे थे सर? राजा के कुल 4 बच्चे थे, 3 बेटियां थी, 1 बेटा था। तो उसके बेटे की तो पहले डेथ हो गई थी, एक बेटी डिसोन कर दी थी। बाद में शादी से पहले ही महिपिंदर कौर जो उनकी बेटी थी, उनकी भी डेथ हो गई थी, इसलिए उसके ख़ानदान में अकेली महारानी दीपेंद्र कौर बचती थी। तो भी बंटवारा कैसे किया है, मानिए? जो उसके 2 बच्चे हैं महाराजा हरिंदर सिंह के, उनकी बेटी दीपेंद्र कौर के वारस आएंगे जो लीगल हेयर हम जिनको बोलते हैं, और अमृत कौर खुद जिंदा है। और एक उनका महाराजा हरिंदर सिंह का भाई था कमरमनजीत सिंह, उनको भी 12% प्रॉपर्टी, जो टोटल प्रॉपर्टी है उसका 12% शेयर उसको भी जाएगा।